ਘਰ ਆ ਕੇ ਨੀਰੂ ਆਪਣੇ ਆਪ ਉੱਤੇ ਹੀ ਗੁੱਸੇ ਹੋ ਰਹੀ ਸੀ ਕਿ ਉਹ ਉਸ ਸਿੱਖ ਕੁੜੀ ਦਾ ਨਾਂ ਭੁੱਲ ਕਿਉਂ ਗਈ। ਉਹਨੇ ਉਹਦੇ ਨਾਲ ਹਾਈ ਸੈਕੰਡਰੀ ਸਕੂਲ ਪਾਸ ਕੀਤਾ ਸੀ। ਉਹ ਤਾਂ ਇੱਕੋ ਡੈਸਕ ਉੱਤੇ ਬੈਠਦੀਆਂ ਹੁੰਦੀਆਂ, ਉਹ ਕਿੰਨਾ ਘੁਲੀਆਂ ਮਿਲੀਆਂ ਹੋਈਆਂ ਸਨ, ਪਰ ਉਹ ਉਹਦੇ ਘਰ ਕਦੇ ਨਹੀਂ ਗਈ ਸੀ। ਉਹਨਾਂ ਦਾ ਘਰ ਬੁੱਧ ਨਗਰ ਵਿੱਚ ਨਹੀਂ ਸੀ। ਬੁੱਧ ਨਗਰ ਵਿੱਚ ਤਾਂ ਉਸਦੀ ਮਾਸੀ ਰਹਿੰਦੀ ਸੀ। ਕੱਲ੍ਹ ਉਹ ਆਪਣੀ ਮਾਸੀ ਦੇ ਘਰ ਹੀ ਮਿਲਣ ਆਈ ਹੋਵੇਗੀ। ਉਹਦਾ ਘਰ ਤਾਂ ਸੀਤਾਬਾੜੀ ਵਿੱਚ ਕਿਧਰੇ ਸੀ, ਪਤਾ ਨਹੀਂ ਕਿੱਥੇ ਹੈ। ਉਹ ਉਸਨੂੰ ਮਿਲਣਾ ਚਾਹੁੰਦੀ ਸੀ। ਉਸਨੂੰ ਮਿਲ ਕੇ ਕਿੰਨਾ ਕੁਝ ਪਤਾ ਲੱਗ ਸਕਦਾ ਹੈ ਸਿੱਖਾਂ ਬਾਰੇ। ਸਿੱਖ ਜਾਤੀ ਦੇ ਲੋਕਾਂ ਬਾਰੇ ਨੀਰੂ ਦੀ ਜਿਗਿਆਸਾ ਭੜਕੀ ਹੋਈ ਸੀ। ਉਹਨੇ ਸੋਚਿਆ ਉਹਦਾ ਵਿਆਹ ਹੋ ਚੁੱਕਿਆ ਹੋਵੇਗਾ, ਪਰ ਲੱਗਦਾ ਤਾਂ ਨਹੀਂ ਸੀ ਕਿ ਉਹ ਵਿਆਹੀ ਹੋਵੇਗੀ। ਪਰ ਉਹਦੇ ਕੁਆਰੀ ਹੋਣ ਦਾ ਵੀ ਕੀ ਸਬੂਤ ਸੀ। ਉਹਨੇ ਸਲਵਾਰ ਕਮੀਜ਼ ਪਹਿਨੀ ਹੋਈ ਸੀ, ਕੰਨਾਂ ਤੇ ਨੱਕ ਵਿੱਚ ਸੋਨੇ ਦੇ ਗਹਿਣੇ ਸਨ, ਹੋਰ ਕਈ ਖਾਸ ਜੇਵਰਾਤ ਨਹੀਂ ਸੀ। ਸਿਰ ਦੀ ਮੰਗ ਸੰਧੂਰ ਨਾਲ ਨਹੀਂ ਭਰੀ ਹੋਈ ਸੀ, ਪਰ ਸਿੱਖ ਔਰਤਾਂ ਸ਼ਾਇਦ ਮੰਗ ਵਿੱਚ ਸੰਧੂਰ ਨਾ ਹੀ ਪਾਉਂਦੀਆਂ ਹੋਣ, ਜੇਵਰ ਵੀ ਬਹੁਤੇ ਨਾ ਪਹਿਨਦੀਆਂ ਹੋਣ, ਖਾਸ ਕਰਕੇ ਜਦੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਆਉਣਾ ਹੋਵੇ। ਨੀਰੂ ਨੇ ਅੰਦਾਜ਼ਾ ਲਾਇਆ ਉਹਦੇ ਵਿਆਹੀ ਹੋਣ ਦਾ ਇੱਕ ਸਬੂਤ ਹੋ ਸਕਦਾ ਹੈ ਕਿ ਉਹ ਇੰਨੀ ਮੋਟੀ ਹੋ ਗਈ ਹੈ। ਸ਼ਾਦੀ ਕਰਵਾ ਕੇ ਕੁੜੀਆਂ ਅਕਸਰ ਮੋਟੀਆਂ ਹੋ ਜਾਂਦੀਆਂ ਹਨ, ਉਹਨਾਂ ਦੇ ਅੰਗ ਪੈਰ ਖੁੱਲ੍ਹ ਜਾਂਦੇ ਹਨ, ਉਹਨਾਂ ਦੇ ਅੰਦਰਲੀ ਔਰਤ ਬਾਹਰ ਨਿਕਲ ਆਉਂਦੀ ਹੈ। ਨੀਰੂ ਨੇ ਸੋਚਿਆ ਉਹ ਜ਼ਰੂਰ ਵਿਆਹੀ ਹੋਵੇਗੀ। ਉਹਦੇ ਆਪਣੇ ਵਾਂਗ ਥੋੜ੍ਹਾ ਕੋਈ ਕੁੜੀ 30-30 ਸਾਲ ਤੱਕ ਕੁਆਰੀ ਦੀ ਕੁਆਰੀ ਬੈਠੀ ਰਹਿੰਦੀ ਹੈ। ਉਹ ਵੀ ਤਾਂ ਮੇਰੇ ਹਾਣ ਦੀ ਹੈ, ਇੱਕ ਅੱਧ ਸਾਲ ਛੋਟੀ ਹੋਵੇਗੀ, ਹੋਰ ਕੀ ਹੋ ਸਕਦਾ ਹੈ। ਉਸਦੇ ਤਾਂ ਬੱਚੇ ਵੀ ਹੋ ਗਏ ਹੋਣ। ਨੀਰੂ ਦੀ ਮਾਂ ਕਿੰਨਾ ਸੱਚ ਕਹਿੰਦੀ ਹੁੰਦੀ ਹੈ। 24 ਸਾਲ ਤੱਕ ਕੁੜੀ ਦਾ ਵਿਆਹ ਹੋ ਜਾਣਾ ਚਾਹੀਦਾ ਹੈ। 30 ਸਾਲ ਦੀ ਉਮਰ ਤੱਕ ਉਹਨੇ ਜਿੰਨੇ ਬੱਚੇ ਜੰਮਣੇ ਹੋਣ ਜੰਮ ਕੇ ਕੰਮ ਖਤਮ ਕਰ ਦੇਣਾ ਚਾਹੀਦਾ ਹੈ। 2 ਬੱਚੇ 3 ਬੱਚੇ। ਗੁਰਦੁਆਰੇ ਹਰ ਐਤਵਾਰ ਕੀਰਤਨ ਹੁੰਦਾ। ਕੰਮਾਂ ਧੰਦਾਂ ਵਾਲੇ ਲੋਕ ਜਾਂ ਨੌਕਰੀ ਪੇਸ਼ਾ ਲੋਕ ਐਤਵਾਰ ਨੂੰ ਹੀ ਜਾ ਸਕਦੇ। ਨੀਰੂ ਅਗਲੇ ਐਤਵਾਰ ਵੀ ਗੁਰਦੁਆਰੇ ਗਈ। ਇਸ ਵਾਰ ਉਹਨੇ ਵੀ ਸਲਵਾਰ ਕਮੀਜ਼ ਪਹਿਨ ਲਈ ਸੀ, ਗਲ ਵਿੱਚ ਰੰਗਦਾਰ ਚੁੰਨੀ। ਅੱਜ ਤਾਂ ਉਹ ਵੀ ਲੱਗਦੀ ਸੀ ਜਿਵੇਂ ਕੋਈ ਪੰਜਾਬਣ ਹੋਵੇ। ਬੁੜੀਆਂ ਕੁੜੀਆਂ ਦੇ ਇਕੱਠ ਵਿੱਚ ਉਹਦੀਆਂ ਨਜ਼ਰਾਂ ਉਸ ਸਿੱਖ ਕੁੜੀ ਨੂੰ ਲੱਭ ਰਹੀਆਂ ਸਨ, ਪਰ ਉਹ ਕਿਧਰੇ ਨਹੀਂ ਸੀ। ਨੀਰੂ ਨੇ ਸੋਚਿਆ ਉਹ ਮਾਸੀ ਦੇ ਘਰੋਂ ਚਲੀ ਗਈ ਹੋਵੇਗੀ। ਇੰਨੇ ਦਿਨ ਉਹ ਕਦੋਂ ਬੈਠੀ ਰਹਿ ਸਕਦੀ ਸੀ ਮਾਸੀ ਦੇ ਘਰ। ਪਰ ਨਹੀਂ, ਭੋਗ ਪੈਣ ਵੇਲੇ ਉਹ ਤਾਂ ਉਹਦੇ ਕੋਲ ਹੀ ਬੈਠੀ ਹੋਈ ਸੀ। ਪਤਾ ਨਹੀਂ ਕਦੋਂ ਆ ਕੇ ਬੈਠ ਗਈ। ਉਹਨਾਂ ਦੀਆਂ ਨਜ਼ਰਾਂ ਮਿਲੀਆਂ ਤਾਂ ਉਹ ਦੋਵੇਂ ਮੁਸਕਰਾ ਪਈਆਂ। ਭੋਗ ਬਾਅਦ ਕੜਾਹ ਪ੍ਰਸਾਦ ਲੈ ਕੇ ਉਹ ਉੱਥੇ ਹੀ ਬੈਠੀਆਂ ਰਹੀਆਂ। ਬੁੜੀਆਂ ਕੁੜੀਆਂ ਉੱਠ ਜਾ ਰਹੀਆਂ ਸਨ, ਪਰ ਉਹ ਉੱਥੇ ਹੀ ਸਨ। ਨੀਰੂ ਨੇ ਉਹਦਾ ਨਾਮ ਪੁੱਛਿਆ, ਬਈ ਕਮਾਲ, ਤੁਮ मेरा नाम भी भूल गई। मंजीत। मंजीत कौर। मेरे दिमाग में घूम ही रहा था, बस होठों पे नहीं आ रहा था। तो फिर होठों पर किसका नाम आता है आजकल? शादी वादी करवा ली क्या? शादी तो अब मैं। नीरू ने अपना फैसला दसना चाहा, पर पता नहीं की सोच के ਉਹਨੇ ਗੱਲ ਅੱਗੇ ਨਾ ਤੋਰੀ। ਉਲਟਾ ਕੇ ਉਹਨੂੰ ਹੀ ਪੁੱਛਣ ਲੱਗੀ, तुम्हारी शादी? शादी छोड़, मेरे तो बच्चे भी हैं, एक लड़का एक लड़की। लड़का 8 वर्ष का है और लड़की 5 की। लगता तो नहीं कि तुम्हारी शादी हो चुकी होगी। क्यों, क्या नहीं लगता मेरे में शादी वाला? मुझे तो वैसी की वैसी दिख रही हो, सुंदर सडोल और असूत सी। दोवें मिन्ना मिन्ना हसन लगियां, जिमें निक्के निक्के घुंघरू सन करे होण। ते फिर नीरू ने उहनूं पुछया, कहाँ पर हुई है शादी? क्या नागपुर में ही? नहीं नहीं, पंजाब में। मेरी एक मौसी तो यहीं है ना, बुद्ध नगर में, तुम जानती हो उसे। एक मौसी लुधियाना है। वह मौसी मेरा रिश्ता ले गई थी अपने देवर के लिए। क्या करते हैं तुम्हारे मिस्टर? उनकी हौजरी की दुकान है वहाँ पर। वे भी सिख जाति के होंगे? नहीं, वे सिख नहीं, हिंदू हैं। हमारी जाति में हिंदू सिख दोनों होते हैं। सिर के बाल बढ़ा के पगड़ी बांध लो तो सिख, सिर के बाल कटवा के रखो तो हिंदू। ऐसा क्या? हाँ, पंजाब में और भी ऐसी कई जातियां हैं। तो फिर हिंदू लड़कियां सिख लड़कों से भी शादी करवा सकती होगी? हाँ, क्यों नहीं। तो फिर मैं, तुम क्या? कुछ नहीं,
ਤੇ फिर वो पूछन लगी, तो अब नागपुर में तुम आई से मिलने आई होगी? नहीं, मौसी के पास हूँ। मौसी का एक ही लड़का है ना, वो जहाँ डिफेंस फैक्ट्री में काम करता है। रात की ड्यूटी रहती है। मौसी के बेटी भी कोई नहीं। मुझसे प्यार है मौसी का। उनकी बहू को बच्चा होना है, इसी वास्ते मुझे जहाँ लेकर आई है। काम वाम रहेगा ना? तो क्या दोनों बच्चे भी साथ साथ ले आई हो? नहीं, लड़का वहीं छोड़ आई हूँ। उसका तो स्कूल है ना, लड़की मेरे साथ है। लड़की भी तो जाती होगी। छोटी कक्षा का क्या है, जहाँ पर मैं खुद पढ़ा देती हूँ उसे। ਪ੍ਰਬੰਧਕ ਸਭ ਕੁਝ ਸੰਤੋਖ ਚੁੱਕੇ ਸਨ। ਉਹ ਹੁਣ ਉਹਨਾਂ ਕੁੜੀਆਂ ਵੱਲ ਝਾਕਣ ਲੱਗੇ। ਕੁੜੀਆਂ ਉੱਠਣ ਤੇ ਦਰਬਾਰ ਸਾਹਿਬ ਦੇ ਖਿੜਕੀਆਂ ਦਰਵਾਜ਼ੇ ਬੰਦ ਕਰਨ। ਕੁੜੀਆਂ ਉਹਨਾਂ ਦੀਆਂ ਅੱਖਾਂ ਨੂੰ ਸਮਝ ਗਈਆਂ, ਸ਼ਰਧਾਲੂ ਉੱਥੇ ਕੋਈ ਨਹੀਂ ਹੁੰਦਾ। ਉਹ ਥੱਲੇ ਉਤਰ ਆਈਆਂ। ਮਨਜੀਤ ਨੇ ₹1.25 ਦਾ ਪ੍ਰਸਾਦ ਡੂਨੇ ਵਿੱਚ ਸੰਭਾਲਿਆ ਹੋਇਆ ਸੀ। ਥੱਲੇ ਉਤਰ ਕੇ ਗੇਟ ਤੱਕ ਆਉਂਦੇ ਆਉਂਦੇ ਮਨਜੀਤ ਨੇ ਉਹਨੂੰ ਆਖਿਆ ਕਿ ਉਹ ਉਸਦੇ ਨਾਲ ਉਸਦੀ ਮਾਸੀ ਦੇ ਘਰ ਚੱਲੇ। ਉੱਥੇ ਉਹ ਹੋਰ ਗੱਲਾਂ ਕਰ ਸਕਣਗੀਆਂ। ਮਾਸੀ ਦੇ ਘਰ ਆ ਕੇ ਨੀਰੂ ਨੂੰ ਪੰਜਾਬੀ ਮਾਹੌਲ ਮਿਲ ਗਿਆ, ਜਿਵੇਂ ਉਹਦੇ ਮਨ ਨੂੰ ਕੋਈ ਸ਼ਾਂਤੀ ਮਿਲ ਗਈ ਹੋਵੇ। ਉਹ ਖੁਸ਼ ਸੀ ਤੇ ਚਹਿਕ ਰਹੀ ਸੀ। ਮਾਸੀ ਨੇ ਕੁਰਸੀ ਉੱਤੇ ਉਸਨੂੰ ਆਪਣੇ ਕੋਲ ਬਿਠਾ ਕੇ ਪਿਆਰ ਕੀਤਾ, ਉਹਦਾ ਸਿਰ ਆਪਣੀ ਹਿੱਕ ਨਾਲ ਲਾਇਆ ਤੇ ਫਿਰ ਉਹਦਾ ਹਾਲ ਚਾਲ ਪੁੱਛਣ ਲੱਗੀ। ਸਿਰਫ ਇੰਨਾ ਹੀ ਦੱਸਿਆ ਸੀ ਮਨਜੀਤ ਨੇ, ਮਾਸੀ ਜੀ, ਇਹ ਕੁੜੀ ਮੇਰੀ ਕਲਾਸ ਫੈਲੋ ਹੁੰਦੀ ਸੀ ਹਾਇਰ ਸੈਕੰਡਰੀ ਵਿੱਚ। ਮਾਸੀ ਦੇ ਘਰ ਨੀਰੂ ਪਹਿਲਾਂ ਕਦੇ ਨਹੀਂ ਸੀ ਆਈ। ਚਾਹ ਪੀਂਦਿਆਂ ਨੀਰੂ ਨੇ ਨਿਗਾਹ ਮਾਰੀ। ਉਹਨਾਂ ਦੇ ਘਰ ਦਾ ਇੱਕ ਛੋਟਾ ਕਮਰਾ ਜਿਵੇਂ ਖਾਲੀ ਖਾਲੀ ਹੋਵੇ। ਪੁੱਛਿਆ ਤਾਂ ਮਨਜੀਤ ਨੇ ਦੱਸਿਆ ਕਿ ਇਹ ਬਾਬਾ ਜੀ ਦਾ ਕਮਰਾ ਹੈ। मतलब एक कमरे में बाबा की भीड़ है, श्री गुरु ग्रंथ साहिब का प्रकाश रहता है जहाँ। तो क्या घर में भी रखा जाता है ग्रंथ साहिब? हाँ हाँ, क्यों नहीं। मौसी जी हर रोज़ पाठ करती हैं और फिर प्रसाद भी बांटती हैं पतासों का। मैं देखूंगी ग्रंथ साहिब को पढ़कर। नीरू चाह मुका के झटके नाल उठी। ऐसे नहीं, हाथ पैर धोकर और जूते उतार कर कमरे में जाना होगा। हो नंगे पैर होके नीरू बाथरूम ਨੂੰ ਲੱਭਣ ਲੱਗੀ। ਮਨਜੀਤ ਮਹਾਰਾਜ ਦੀ ਤਾਂਬੇ ਬੈਠ ਗਈ ਤੇ ਫਿਰ ਰੁਮਾਲ ਪਰੇ ਹਟਾ ਕੇ ਉਹਨੇ ਨੀਰੂ ਨੂੰ ਕੋਲ ਬਿਠਾ ਲਿਆ। ਚੁੰਨੀ ਨਾਲ ਸਿਰ ਢੱਕਣ ਕੇ ਰੱਖਣ ਲਈ ਆਖਿਆ। ਨੀਰੂ ਨੂੰ ਇਹ ਸਭ ਅਜੀਬ ਅਜੀਬ ਤੇ ਪਿਆਰਾ ਪਿਆਰਾ ਲੱਗ ਰਿਹਾ ਸੀ। ਮਨਜੀਤ ਨੇ ਇੱਕ ਸ਼ਲੋਕ ਦਾ ਉਚਾਰਨ ਕੀਤਾ। ਜਾ ਕੁਆਰੀ ਤਾਂ ਚਾਊ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛਤਾਊ, ਬਾਤ ਕੁਆਰੀ ਨਾ ਥੀਏ। ਨੀਰੂ ਦਾ ਭਾਵੁਕ ਹੋ ਕੇ ਜਾ ਬੈਠੀ ਸੀ। ਉਹਨੂੰ ਗੁਰਮੁਖੀ ਲਿਪੀ ਕਦੋਂ ਆਉਂਦੀ ਸੀ ਪੜ੍ਹਨੀ? ਉਹ ਪਛਤਾਈ, ਕਾਸ਼ ਉਸਨੂੰ ਇਹ ਭਾਸ਼ਾ ਪੜ੍ਹਨੀ ਆਉਂਦੀ। ਮਨਜੀਤ ਨੇ 4-5 ਸ਼ਲੋਕ ਹੋਰ ਪੜ੍ਹੇ ਤੇ ਫਿਰ ਬਾਬੇ ਦੀ ਦੇਹ ਉੱਤੇ ਰੁਮਾਲ ਦੇ ਦਿੱਤਾ। ਨੀਰੂ ਪੁੱਛ ਰਹੀ ਸੀ, ਇਹ ਮਨਜੀਤ, गुरु ग्रंथ साहिब क्या हिंदी में प्रकाशित भी मिलता होगा? ज़रूर होगा, पर मैंने कभी देखा नहीं। अब तो बहुत सी दूसरी भाषाओं में भी अनुवाद हो चुका है इसका, इंग्लिश में भी। लुधियाना जाऊंगी तो वहाँ से पूछकर तुम्हें पत्र लिख दूंगी। चाहोगी क्या? हो मिलता हो तो मैं खरीद लूँगी, अपने घर में रखूँगी, बशर्ते के साथ में टीका भी हो। हाँ, हिंदी में प्रकाशित होगा तो साथ में अर्थ जरूर होंगे। पंजाबी में तो ऐसा किया है एक विद्वान ने, प्रोफेसर साहब सिंह है उनका नाम। प्रामिज? हाँ प्रामिज, लुधियाना से पता चल जाएगा कि हिंदी में ऐसा है कि नहीं। मैं तुम्हें पत्र लिखूँगी अवश्य। ਤੇ ਫਿਰ ਨੀਰੂ ਬੁੱਧ ਨਗਰ ਦੇ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਲੈ ਕੇ ਬੈਠ ਗਈ। ਉਹਦੀ ਤਾਰੀਫ ਕਰਨ ਲੱਗੀ, ਖਾਸ ਕਰਕੇ ਲੰਗਰ ਦੀ ਤਾਰੀਫ। ਹਰ ਐਤਵਾਰ ਉੱਥੇ ਲੰਗਰ ਵਰਤਦਾ ਸੀ। ਸ਼ਰਧਾਲੂ ਲੋਕ ਉਸ ਦਿਨ ਉੱਥੇ ਹੀ ਪ੍ਰਸਾਦ ਛਕਦੇ। ਮਨਜੀਤ ਦੱਸ ਰਹੀ ਸੀ ਕਿ ਹਰ ਗੁਰਦੁਆਰੇ ਵਿੱਚ ਇੰਝ ਹੀ ਲੰਗਰ ਲੱਗਦਾ ਹੈ। ਹਰ ਐਤਵਾਰ ਦੁਪਹਿਰ ਦੀ ਰੋਟੀ ਸ਼ਰਧਾਲੂ ਪ੍ਰਾਣੀ ਉੱਥੇ ਖਾਂਦੇ ਹਨ। ਉਹਨਾਂ ਦੇ ਚੜ੍ਹਾਵੇ ਵਿੱਚੋਂ ਹੀ ਲੰਗਰ ਤਿਆਰ ਹੁੰਦਾ ਹੈ। ਮਹੱਤਵ ਹੈ ਇਕੱਠੇ ਬੈਠ ਕੇ ਖਾਣ ਦਾ, ਜੁੜ ਕੇ ਵਿਚਰਨ ਦਾ। ਲੰਗਰ ਦੀ ਪ੍ਰਥਾ ਸਿੱਖ ਗੁਰੂਆਂ ਦੀ ਬਹੁਤ ਵੱਡੀ ਦੇਣ ਹੈ। ਮਨਜੀਤ ਨੇ ਹੋਰ ਦੱਸਿਆ ਕਿ ਨਾਗਪੁਰ ਵਿੱਚ 5 ਗੁਰਦੁਆਰੇ ਹਨ। ਗੁਰਦੁਆਰਾ ਕਾਮਟੀ ਰੋਡ, ਗੁਰਦੁਆਰਾ ਰਾਮਦਾਸ ਪੇਟ,
ਗੁਰਦੁਆਰਾ ਬਾਬਾ ਬੁੱਢਾ ਜੀ ਨਗਰ, ਗੁਰਦੁਆਰਾ ਕਲਗੀਧਰ ਦਰਬਾਰ ਬੁੱਧ ਨਗਰ ਅਤੇ 5ਵਾਂ ਗੁਰਦੁਆਰਾ ਨਾਨਕ ਦਰਬਾਰ ਗੁਰੂ ਨਾਨਕਪੁਰਾ। ਉਹਨੇ ਦੱਸਿਆ ਕਿ ਕਾਮਟੀ ਰੋਡ ਵਾਲਾ ਗੁਰਦੁਆਰਾ ਸਭ ਤੋਂ ਪਹਿਲਾਂ ਬਣਿਆ ਸੀ। ਗੁਰੂ ਨਾਨਕਪੁਰੇ ਵਾਲਾ ਗੁਰਦੁਆਰਾ ਨਵਾਂ ਹੈ। ਹੋਰ ਦੱਸਿਆ ਕਿ ਨਾਗਪੁਰ ਵਿੱਚ 5 ਉਤਸਵ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਹ 5 ਉਤਸਵ ਦਿਨ 5 ਗੁਰਦੁਆਰਿਆਂ ਵਿੱਚ ਨਹੀਂ ਮਨਾਏ ਜਾਂਦੇ। ਇੱਕ ਸਾਲ ਇੱਕ ਗੁਰਦੁਆਰਾ ਇੱਕੋ ਉਤਸਵ ਮਨਾਉਂਦਾ ਹੈ। ਨਾਗਪੁਰ ਦੀ ਸਾਰੀ ਸੰਗਤ ਉਸ ਦਿਨ उस गुरुद्वारे जाती है। कौन कौन से उत्सव हैं बे? मैं भी जाया करूँगी दिन उत्सवों पर। मनजीत दसन लगी गुरु नानक देव जी का जन्म उत्सव, गुरु गोबिंद सिंह जी का जन्म उत्सव, बैसाखी जिस दिन खालसा पंथ की सिरजना हुई, गुरु अर्जन देव जी का शहीदी दिवस और श्री गुरु ग्रंथ साहिब जी का प्रकाश उत्सव। 5 गुरुद्वारों की प्रबंधक कमेटियां बैठकर पहले से तय कर लेती हैं कि इस वर्ष कौन सा उत्सव कौन मनाएगा। नीरू एकदम उत्तेजित हो गई, जिमें ਉਹਨੂੰ ਜ਼ਿੰਦਗੀ ਦਾ ਨਵਾਂ ਤੇ ਦਿਲਚਸਪ ਰੁਝੇਵਾਂ ਲੱਭ ਗਿਆ ਹੋਵੇ। ਜ਼ਿੰਦਗੀ ਦੀ ਨਿਰਾਸ਼ਤਾ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਉਹਨੇ ਮਨਜੀਤ ਦਾ ਹੱਥ ਫੜ ਲਿਆ, ਪੁੱਛਿਆ, अब कौन सा उत्सव नज़दीक आ रहा है और कहाँ पर होगा वह। ਮਨਜੀਤ ਨੂੰ ਇਹ ਤਾਂ ਪਤਾ ਸੀ ਕਿ ਉਸ ਮਹੀਨੇ 13 ਅਪ੍ਰੈਲ ਨੂੰ ਵਿਸਾਖੀ ਹੈ, ਪਰ ਇਹ ਪਤਾ ਨਹੀਂ ਸੀ ਕਿ ਇਸ ਸਾਲ ਵਿਸਾਖੀ ਦਾ ਦਿਹਾੜਾ ਕਿਹੜੇ ਗੁਰਦੁਆਰੇ ਮਨਾਇਆ ਜਾਣਾ ਹੈ। ਉਹਨੇ ਮਾਸੀ ਨੂੰ ਹਾਕ ਮਾਰੀ। ਮਾਸੀ ਨੇ ਦੱਸਿਆ, ਵਿਸਾਖੀ ਦਾ ਪੁਰਬ ਤਾਂ ਗੁਰੂ ਨਾਨਕਪੁਰੇ ਹੈ ਪੁੱਤਰ, ਨਵੇਂ ਗੁਰਦੁਆਰਾ ਸਾਹਿਬ। ਸਾਡਾ ਤੇ ਸਾਰਾ ਪਰਿਵਾਰ ਜਾਏਗਾ। ਉਸ ਦਿਨ ਸੁੱਖ ਨਾਲ ਵੀਰ ਵੀ ਆ ਜਾਵੇਗਾ ਡਿਫੈਂਸ ਕਲੋਨੀਓਂ।